जो जो जपै तिसकी गत होवै। हर हर नाम नित रसन बखानी रहाओ। कली काल के मिटे कलेसा। एको नाम मन मह परवेशा। साधु धूर मुख मस्तक लाई। नानक उधरै हर गुर शरनाई। साधु धूर मुख मस्तक लाई। नानक उधरै हर गुर शरनाई। सतगुरां दी साजी नवाजी साध संगत जीओ, प्यार नाल फतेह सांझी करनी जी। वाहिगुरू जी का खालसा, वाहिगुरू जी की फतेह। अज का पवित्र हुक्मनामा सतगुरां ने मेहरामत करके अमृत वेले, जो कि सवेरे अमृत वेले 4:30 बजे सचखंड श्री हरिमंदर साहब तो बख्शिश किया है सारी दुनिया नूं। जगत जलंदा रख लै अपनी कृपा धार। जित द्वारे उभरै तिते लेहो उभार। सतगुर सुख विकालिया सच्चा शब्द विचार। जय घर कीरत आखिए करते का होए विचारो। तित कर गावो सोहेला सिवरो सिरजनहारो। ਜਿਹੜੇ घर ਦੇ ਵਿੱਚ, ਜਿਹੜੇ परिवार ਦੇ ਵਿੱਚ, ਜਿਹੜੇ ਹਿਰਦੇ रूपी घर ਦੇ ਵਿੱਚ उस अकाल पुरख वाहिगुरू ਦਾ विचार ਹੁੰਦਾ, ਉਹ घर ਦੇ ਵਿੱਚ खुशी ਦਾ गीत ਵੱਜਦਾ। ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੋ। ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ, ਜੋ ਕਿ ਰਾਗ ਸੂਹੀ ਵਿੱਚ ਹੈ, ਰਾਗ ਸੂਹੀ ਇੱਕ ਭਗਤੀ ਭਾਵਨਾ ਦਾ ਸ਼ਬਦ ਹੈ। ਗੁਰੂ ਮਹਾਰਾਜ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਉਪਦੇਸ਼ ਦਿੰਦੇ ਹਨ ਕਿ ਜੋ ਸਤਿਗੁਰਾਂ ਦੀ ਬਾਣੀ ਹੈ ਉਹ ਅੰਮ੍ਰਿਤ ਬਚਨ ਹਨ। ਅੰਮ੍ਰਿਤ ਬਚਨ ਸਾਧ ਕੀ ਬਾਣੀ। जो जो जपै तिसकी गत होवै। हर हर नाम नित रसन बखानी। साध मैंने जिन्हें अपने मन को साधिया होए, काम क्रोध लोभ मोह हंकार वस दे विच होण, जिन्हों ब्रह्म ज्ञान होए, वो है धन धन श्री गुरु ग्रंथ साहब का शब्द ते बाणी। ते जिहड़ा भी इस शब्द नूं पढ़ के विचार करके वाहिगुरू दे शब्द रूप में अपनी सुर तो जोड़ेगा, वो भी एक साध हो जाता। साध जन वाहिगुरू गुरु कोई फर्क नहीं। आपस को आप दीनो मान। नानक प्रभ जन एको जान। प्रभु दे विच ते जन दे विच कोई फर्क नहीं। जदों वाहिगुरू मान दिंदा, ਜਦੋਂ ਅਸੀਂ ਵਾਹਿਗੁਰੂ ਦੇ ਹੁਕਮ ਤੇ ਚੱਲਦੇ ਹਾਂ, ਸਾਡੇ ਵਿੱਚ ਤੇ ਵਾਹਿਗੁਰੂ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਮਾਨੋ ਵੀ ਸਮੁੰਦਰ ਦੀਆਂ ਲਹਿਰਾਂ ਉੱਠੀਆਂ, ਸਮੁੰਦਰ ਦੀ ਲਹਿਰਾਂ ਦੀ ਹੋਂਦ ਆ, ਪਰ ਜਦੋਂ ਉਹ ਲਹਿਰਾਂ ਆਪਣੀਆਂ ਹੋਂਦ ਮਿਟਾ ਦਿੰਦੀਆਂ ਤੇ ਉਹ ਵਾਹਿਗੁਰੂ ਸਮੁੰਦਰ ਰੂਪ ਹੋ ਜਾਂਦੀਆਂ। ਸੋ ਇਸੇ ਤਰ੍ਹਾਂ ਮਹਾਰਾਜ ਫਰਮਾਨਾ ਕਰਦੇ ਹਨ, ਜਿਹੜੇ ਵੀ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣਾ ਮਨ ਨੂੰ ਸਾਧਿਆ, ਭਾਵ ਗੁਰੂ, क्योंकि गुरु परफेक्ट है, पूरा गुर पूरा पूरी जाकी बाणी। अनेक गुना जाके जाए ना गने। पूरा गुर आराध्या पूरा जाका नाम। गुरु है जिन्हें अपने मन को साधिया। जो गुरु ने बचन किए आ वो अमृत बचन है, भाव जिहड़ा साडे हिरदे विच अमृत अकाल पुरख वसदा उहदे नाल जोड़ दिंदे आ। ਇਹ ਤਾਂ ਮੈਨੂੰ ਇੱਕ ਬੜੀ ਸਿੱਖਿਆ ਮਿਲੀ ਕਿ ਜਿਹੜੇ ਅਸੀਂ ਬਚਨ ਕਰਦੇ ਹਾਂ ਦਿਨ ਦੇ ਵਿੱਚ, ਉਹਦੇ ਨਾਲ ਸੁਣਨ ਵਾਲਾ ਜੁੜਦਾ ਵਾਹਿਗੁਰੂ ਨਾਲ। ਜੇ ਨਹੀਂ ਜੁੜਦਾ, ਇਹਦਾ ਮਤਲਬ ਹਾਲੇ ਅਸੀਂ ਗੁਰੂ ਦੇ ਸਿੱਖ ਨਹੀਂ ਬਣੇ। ਭਾਵ ਬਿਲਕੁਲ ਸਪਸ਼ਟ ਹੈ।
ਅਸੀਂ ਆਪਣੇ ਮਨ ਨੂੰ ਹਾਲੇ ਸਾਧਿਆ ਜਾਂ ਨਹੀਂ ਸਾਧਿਆ। ਸਾਡੇ ਬਚਨਾਂ ਦੇ ਨਾਲ, ਸਾਡੇ ਕਰਮਾਂ ਦੇ ਨਾਲ, ਸਾਡੇ ਐਕਸ਼ਨ ਦੇ ਨਾਲ ਜਿਹੜੇ ਸਾਡੇ ਆਲੇ ਦੁਆਲੇ ਨੇ ਉਹ ਵਾਹਿਗੁਰੂ ਨਾਲ ਜੁੜੇ ਜਾਂ ਨਹੀਂ ਜੁੜੇ। ਜੇ ਜੁੜ ਗਏ ਆ ਤੇ ਅਸੀਂ ਸਾਧ ਹਾਂ, ਅਸੀਂ ਗੁਰਮੁਖ ਹਾਂ, ਅਸੀਂ ਗੁਰੂ ਦੇ ਸਿੱਖ ਹਾਂ। ਸੋ ਮਹਾਰਾਜ ਫਰਮਾਉਂਦੇ ਹਨ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਸਾਧ ਦੀ ਬਾਣੀ, ਸਾਧ ਦੇ ਸ਼ਬਦ ਅੰਮ੍ਰਿਤ ਬਚਨ ਹਨ, ਜਿਹੜੇ ਅੰਮ੍ਰਿਤ ਰੂਪੀ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਦਿੰਦੇ ਹਨ। ਜੋ ਜੋ ਜਪੈ ਤਿਸ ਕੀ ਗਤ ਹੋਵੈ। ਜੋ ਜੋ ਵੀ ਜਪੇਗਾ ਬਾਣੀ ਨੂੰ ਉਹਦੀ ਗਤੀ ਹੋਏਗੀ, ਭਾਵ ਮਾਇਆ ਦੇ ਪਦਾਰਥਾਂ ਤੋਂ, ਮਾਇਆ ਦੀ ਇੱਛਾ ਤੋਂ ਮੁਕਤੀ ਹੋਏਗੀ। ਹਰ ਹਰ ਨਾਮ ਰਿਤ ਰਸਨ ਬਖਾਣੀ। ਉਹਦੀ ਰਸਨਾ ਤੇ ਹਮੇਸ਼ਾ ਵਾਹਿਗੁਰੂ ਦਾ ਨਾਮ ਰਹੇਗਾ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਸਾਧ ਸੰਗਤ ਜੀ, ਇੱਕ ਮਹਾਰਾਜ ਨੇ ਬਹੁਤ ਵੱਡਮੁੱਲਾ ਸ਼ਬਦ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਨੇ, ਗੁਰਬਾਣੀ ਸੁਣ ਕੇ ਜਿਹੜੀ ਵਾਹਿਗੁਰੂ ਦੀ ਬਾਣੀ ਨਾਲ ਸੁਰਤ ਜੁੜੀ ਕਿ ਨਹੀਂ। ਬਹੁਤ ਸੋਹਣਾ ਸ਼ਬਦ ਮਹਾਰਾਜ ਫਰਮਾਉਂਦੇ ਹਨ, ਸੁਨ ਸਮਾਦ ਗੁਫਾ ਤਹਿ ਆਸਨ। ਜਿਹੜੇ ਗੁਰਮੁਖ ਪਿਆਰੇ ਨਾ, ਉਹ ਸੁਨ ਸਮਾਦ ਅਵਸਥਾ ਦੇ ਵਿੱਚ ਜਾ ਕੇ ਉੱਥੇ ਆਸਨ ਲਾ ਲੈਂਦੇ ਆ। ਸੁਨ ਸਮਾਦ ਗੁਫਾ ਤਹਿ ਆਸਨ। ਉਹ ਸੁਨ ਸਮਾਦ ਦੀ ਅਵਸਥਾ ਕੀ ਹੈ? ਪੂਰਨ ਬ੍ਰਹਮ, ਉੱਥੇ ਪੂਰਾ ਅਕਾਲ ਪੁਰਖ ਵਾਹਿਗੁਰੂ ਵਸਦਾ। ਅਕਾਲ ਪੁਰਖ ਵਾਹਿਗੁਰੂ ਉਸ ਅਵਸਥਾ ਦੇ ਵਿੱਚ ਵਸਦਾ ਹੈ, ਕੇਵਲ ਬ੍ਰਹਮ ਪੂਰਨ ਤਹਿ ਬਾਸਨ। ਉੱਥੇ ਵਾਹਿਗੁਰੂ, ਪੂਰਨ ਵਾਹਿਗੁਰੂ ਉੱਥੇ ਬਸਦਾ। ਹੁਣ ਹੋ ਕੀ ਰਿਹਾ ਉੱਥੇ? ਜਿਹੜੀ ਸੁਨ ਸਮਾਧ ਦੀ ਅਵਸਥਾ ਦੇ ਵਿੱਚ ਕੀ ਵਿਚਰ ਰਿਹਾ? ਮਹਾਰਾਜ ਕਹਿੰਦੇ ਨੇ, ਭਗਤ ਸੰਗ ਪ੍ਰਭ ਗੋਸ਼ਟ ਕਰਤ ਵਾਹਿਗੁਰੂ। ਉਸ ਸੁਨ ਸਮਾਧ ਦੀ ਅਵਸਥਾ ਦੇ ਵਿੱਚ ਭਗਤ ਦੇ ਨਾਲ ਵਾਹਿਗੁਰੂ ਗੋਸ਼ਟ ਮੈਨੇ ਗੱਲਾਂ ਬਾਤਾਂ ਕਰਦੇ ਨੇ। ਕਮਾਲ ਹੋ ਗਈ। ਸਾਡੇ ਨਾਲ ਕਦੀ ਗੱਲਬਾਤ ਨਹੀਂ ਹੋਈ, ਵਾਹਿਗੁਰੂ ਤੂੰ ਕੀ ਬੋਲਦਾ, ਸਾਨੂੰ ਤਾਂ ਸੁਣਦਾ ਵੀ ਨਹੀਂ। ਤੇ ਮਹਾਰਾਜ ਨੇ ਕਿਹਾ, ਜਿਹੜਾ ਮਾਇਆ ਧਾਰੀ ਹੈ, ਅਤ ਅੰਨਾ ਬੋਲਾ, ਉਹਨੂੰ ਬੋਲ ਨਹੀਂ ਸੁਣਦੇ। ਉਹ ਅੱਖਾਂ ਮੀਟਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਬਾਣੀ ਪੜ੍ਹਦਾ, ਪਰ ਵਾਹਿਗੁਰੂ ਦੇ ਬੋਲ ਨਹੀਂ ਸੁਣਦੇ। ਭਗਤ ਜੀ ਨੂੰ ਬੋਲ ਸੁਣੇ। ਕਹਿੰਦੇ, ਹੋ ਬਲ ਬਲ ਜਾਈ ਰਮਈਆ ਕਾਰਨੇ, ਕਾਰਨ ਕਵਣ ਅਬੋਲ। ਹੇ ਮੇਰੇ ਵਾਹਿਗੁਰੂ, ਮੈਂ ਤੇਰੇ ਬੋਲਾਂ ਨੂੰ ਸੁਣਨ ਨੂੰ ਤਿਆਰ ਹਾਂ, ਪਰ ਤੂੰ ਅਬੋਲ ਕਿਉਂ ਹੈ? ਬੋਲਦਾ ਕਿਉਂ ਨਹੀਂ? ਹੁਣ ਜਿਹੜਾ ਵੀ ਗੁਰੂ ਦੀ ਬਾਣੀ ਨੂੰ ਪੜ੍ਹੇਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇਗਾ, ਉਸਤਤ ਨਿੰਦਿਆ ਤੋਂ ਬਚੇਗਾ, ਹਰਕ ਸੋਗ ਤੋਂ ਬਚੇਗਾ, ਉਹਨੂੰ ਬੋਲ ਸੁਣਨਗੇ। ਕਿਉਂਕਿ ਉਸ ਅਵਸਥਾ ਦੇ ਵਿੱਚ ਸੁਨ ਸਮਾਧ ਚਾਹੀਦਾ। ਸੁਨ ਮੈਨੇ ਮਾਇਆ ਦੇ ਫੁਰਨਿਆਂ ਤੋਂ ਪਰੇ ਹੋ ਜਾਣਾ। ਕੋਈ ਮਾਇਆ ਦਾ ਫੁਰਨਾ ਨਾ ਹੋਏ, ਕੋਈ ਪਰਿਵਾਰ ਦਾ ਫੁਰਨਾ ਨਾ ਆਏ, ਕੋਈ ਦੋਸਤਾਂ ਮਿੱਤਰਾਂ ਦਾ ਫੁਰਨਾ ਨਾ ਆਏ, ਕੋਈ ਬੈਰ ਵਿਰੋਧ ਨਾ ਹੋਏ। ਉਸ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਹਨ, ਸੁਨ ਸਮਾਧ ਗੁਫਾ ਤੈ ਆਸਨ, ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗ ਨਾ ਜਨਮ ਨਾ ਮਿਰਤ। ਉਸ ਅਵਸਥਾ ਦੇ ਵਿੱਚ ਨਾ ਖੁਸ਼ੀ ਹੁੰਦੀ ਹੈ, ਨਾ ਕੋਈ ਦੁੱਖ ਹੁੰਦਾ, ਕਿਉਂਕਿ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ। ਨਾ ਇਹ ਮਾਨ ਅਪਮਾਨ। ਨਾ ਉਸ ਅਵਸਥਾ ਦੇ ਵਿੱਚ ਜਨਮ ਹੁੰਦਾ ਹੈ ਤੇ ਨਾ ਮਰਨ ਹੁੰਦਾ, ਕਿਉਂਕਿ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਇਨਸਾਨ। ਸੋ ਮਹਾਰਾਜ ਨੇ ਅੱਜ ਬੜੀ ਕਿਰਪਾ ਕੀਤੀ ਹੈ। ਕਲੀ ਕਾਲ ਕੇ ਮਿਟੇ ਕਲੇਸ਼ਾ। ਜਿਹੜਾ ਵੀ ਇਨਸਾਨ ਉਸ ਵਾਹਿਗੁਰੂ ਨਾਲ ਗੱਲਾਂ ਬਾਤਾਂ ਕਰਨ ਨੂੰ ਸਮਰੱਥ ਹੋ ਗਿਆ, ਉਹਦੇ ਕਲਯੁਗ ਦੇ ਜਿਹੜੇ ਕਲੇਸ਼ ਆ ਮਿਟ ਜਾਣਗੇ। ਕਲੀ ਕਾਲ ਕੇ ਮਿਟੇ ਕਲੇਸ਼ਾ। ਮਨ ਦੇ ਵਿੱਚ ਕਿੰਨੇ ਕਲੇਸ਼ ਨੇ, ਕਿੰਨੇ ਕਲੇਸ਼, ਕਾਮ ਕ੍ਰੋਧ ਬੈਰ ਵਿਰੋਧ ਦੇ ਰੂਪ ਦੇ ਵਿੱਚ, ਸਭ ਮਿਟ ਜਾਣਗੇ। ਏਕੋ ਨਾਮ ਮਨ ਮਾਹੇ ਪ੍ਰਵੇਸ਼ਾ। ਇੱਕ ਵਾਹਿਗੁਰੂ ਦਾ ਨਾਮ, ਭਾਵ ਉਹਦਾ ਸ਼ਬਦ, ਭਾਵ ਓਂਕਾਰ ਸ਼ਬਦ ਹਿਰਦੇ ਦੇ ਵਿੱਚ ਵਸ ਜਾਏਗਾ। ਕਿਉਂਕਿ ਵਾਹਿਗੁਰੂ ਦਾ ਨਾਮ ਜਿਹੜਾ ਪਹਿਲਾ ਸਤਨਾਮ, ਉਹ ਹੈ ਓਂਕਾਰ। ਓਂਕਾਰ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਆ। ਜਦੋਂ ਉਹ ਓਂਕਾਰ ਸ਼ਬਦ ਹਿਰਦੇ 'ਚ ਪ੍ਰਵੇਸ਼ ਕਰੇਗਾ, ਭਾਵ ਸਾਡੀ ਸੁਰਤ ਓਂਕਾਰ ਸ਼ਬਦ ਵਿੱਚ ਜੁੜੇਗੀ,
फिर महाराज कहते हैं कली काल के मिटे कलेशा, जिन्ने कलयुग के कलेश है वो मिट जाएंगे। हुण सवाल पैदा होंदा, जे हुण कलयुग का समा तो यदा मतलब असीं सतयुग दे विच नहीं जा सकते। कलयुग का समा इस समय नूं तां कहंदे आ क्योंकि जिहड़े ज़्यादा परसेंटेज है लोगों की वो कलयुग दे विच विचरदे आ, वो रब नूं भुल्ले होए आ। एक घड़ी ना मिलते तां कलयुग होता, हुण कद मिली है प्रिय तुद भगवंता। अजकल दे समय दे विच बहुत घट परसेंटेज आ, कोटन मैं नानक को नारायण जह चीत, करोड़ों दे विचों शायद एक वाहिगुरू नाल जुड़िया होया। जिहड़ा वाहिगुरू नाल जुड़िया वो सचखंड दे विच आ, जिहड़ा नहीं जुड़िया वो कलयुग च। एक घड़ी ना मिलते, हे मेरे वाहिगुरू एक घड़ी वास्ते जे तू मैनूं भुल जाए तां कलयुग होता। मैं ऐदां मैनूं प्रतीत हुंदा भी मैं कलयुग दे विच वसदा। हुण कद मिली है प्रिय तुद भगवंता, हे मेरे वाहिगुरू हुण मैं तैनूं कदों मिलांगा, तू मैनूं कदों दर्शन देंगा। सो महाराज फरमाते हैं जदों सुरत शब्द विच जुड़दी आ, इस तरह मानो भी तुसीं सचखंड दे विच विचर रहे हो। सचखंड वसै निरंकार, कर कर वेखे नदर निहाल, एको नाम मन माहे प्रवेशा, साधु धूर मुख मस्तक लाई, नानक उधरे हर गुर शरनाई। महाराज ने एक बहुत इशारा किया थे। असल दे विच साध ते गुरु आ, पर जिहड़े गुरु दे सिख है किसी दे मत्थे ते नहीं लिखिया भी साध है या नहीं साध। असीं कई वारी गुरुद्वारे आके अपने भरावां नूं भैणां नूं कोई नजायज शब्द कह देंगे, पता नहीं किहदे अंदर वाहिगुरू बैठा, पता नहीं। सानू मान सत्कार होना चाहिए, प्यार होना चाहिए, अपने आप नूं नीवा मनना चाहिए, किसी की निंदिया नहीं करनी चाहिए। क्योंकि निंदिया ऐदां जानो सिर ते भार चक्या होया। असंख निंदक सिर करें भार, निंदा करके दूजियां दे जिहड़े अवगुण ने अपने सिर ते आ जांदे। मैं तुहानूं साध संगत जी आप जी दे नाल साझा कीता सी, असीं एक बारी बह के उत्थे शराबियां दी निंदा करी जाइए, वो शराब पींदे आ, शराब पींदे आ, शराब पींदे आ। फिर पता नहीं क्यों अंदरों दिल करे भी शराब दी जिहड़ी वो चंगी हुंदी आ, क्योंकि उन्हां दा जिहड़ा भार है असीं अपने सिर ते चक लिया। जदों असीं दूजे नूं कहंदे ना माड़ा माड़ा माड़ा, जिहड़ा अवगुण असीं दुहराउने आ वो साडे अंदर प्रवेश कर जांदा, असीं उहदा भार चुकदे हां। तां ही महाराज ने कहा उस्तत निंदा दों त्यागै, खोजै पद निर्बाना। उस्तत भी नहीं करनी किसी की, जे उस्तत करनी है तो वह वाहिगुरू दी करो। जे किसी दे विच गुण हैगे ने उहदा अपना वस नहीं है, वो वाहिगुरू की कृपा करके उहदे विच गुण ने। जे कोई कथा चंगी करदा उहदे च किसी का जोर नहीं है, वो वाहिगुरू ने गुण बख्शिया तां कथा करदा। जे कोई चंगा कीर्तन करदा उहदा अपना जोर नहीं है। जोर ना सुरती ज्ञान विचार, जोर ना जुगती छुटे संसार। जे उस्तत करनी है तो वह वाहिगुरू दी करो जिन्हें उसनूं वो गुण बख्शे कथा ते कीर्तन दे। सो उस्तत निंदा दों त्यागै, खोजै पद निर्बाना। निर्बान पद दे विच आके सुन समाध की अवस्था दे विच आके उस वाहिगुरू नाल गल्लां बातां हुंदियां ते वो गल्लां बातां नाल जिहड़ा है सुख हुंदा। किसी कोलों एडवाइस लैण दी कंसल्ट करन दी लोड़ नहीं रह जांदी। तुहाडे अंदर सियाणा वाहिगुरू सुगड़ सुजान अकाल पुरख वाहिगुरू तुहाडे अंदर है, तुहाडे नाल है, फिर तुहानूं किहदी घाट है। जां तू मेरे वल है तां क्या मछंदा, तुद सब कुछ मैनूं सौंपिया जा तेरा बंदा। भुलां चुकां दी माफ़ी। बाकी दा कुछ समा असीं अंग्रेजी दे विच विचार करना है। Today's Hukamnama is a blessing from Sachkhand Sri Harmandir Sahib in Rag Suhi. Rag Suhi is the melody of devotion. The essence of the Shabad helps us to realize how important and significant is the Gurbani. What is the purpose of Gurbani? What is the purpose of Sadh Sangat? Guru Maharaj reveals that Amrit Bachan Sadh ki Bani.
Sadh means to control. The people who have been able to control their 5 passions: anger, greed, attachments, ego, and greed. Anyone can be sadh. Anyone can be sadhu. But it is very, very difficult to get there. Guru Maharaj gives the percentage, the proportion. How many people in this world are real sadhu, real gurmukhs, real guru-like, real khalsas? Kotan main nanak kou, Narayan jeh cheet. Kotan means million. Kou means maybe. Only 1 in million may be a true Gurmukh who has brought all his 5 passions under control and now able to connect with Vaheguru, able to communicate with Vaheguru. Now you might ask, how is it possible to communicate? Dhan Dhan Guru Arjan Dev Ji Maharaj reveals, you have to detach yourself from the worldly thoughts. That state of mind is called Sun Samad. Sun Samad, Gufa Tain Asan. Gufa means cave. One has to go in the trance, detached from all the jealousy, all the anger, all the greed, all the animosity, all the frictions you might have with your friends. Sun Samad, Gufa Tain Asan. Asan means you focus there. Who is there? Keval Brahma Puran Tah Basan. In that state of mind where there is no materialistic thought, you can feel Vaheguru present there. Keval Brahm. Keval means only. Brahm means Vaheguru. Puran Tah Basan. Basan means dwells. Vaheguru lives there. Vaheguru dwells there. Now, what is happening now? You are able to talk to Vaheguru. Bhagat Sang Prabh Ghost Kart. Ghost means conversation. Now you can converse with Vaheguru. End result is Vaheguru is going to give you the wisdom, sport, because now you are able to talk to Vaheguru. Dhan Dhan Guru Gobind Singh Ji Maharaj is talking to Vaheguru. Paaye gaye jab te tumre, tab te ko aankh tare nahi aanyo. Ram Rahim Puran Quran अनेक कहें मत एक न मान्यो. सिमरत शास्त्र वेद सब है वो भेद कहें हम एक न जान्यो. श्री अस्पान कृपा तुमरी कर मैं ना कहो सब तोय बिखान्यो. Now Guru Gobind Singh Ji Maharaj is talking to Vaheguru, having conversation with Vaheguru. And Vaheguru is saying to Guru Maharaj that all the granths of the world, they do not help to meet Vaheguru. Simrat, Shastra, Ved, Sabha, wo Bhed kahein. All the religious scriptures, they are trying to tell the secret to meet Vaheguru. Simrat, Shastra, Ved, Sabha, wo Bhed kahein, hum ek na jaane. I don't agree. Guru Akal Purakh Vaheguru, the creator Vaheguru, said to Guru Gobind Singh Ji, tell the whole world, Shri Aspan, Kripa Tumari kar. Main na keho, I'm not saying it. Prabh to hi bkhane. Hey Vaheguru, you have asked me to tell the whole world. Dhan Dhan Guru Arjan Dev Ji Maharaj reveals in the Shabad, हूं आपो बोलना जानदा मैं कया सब हुक्म हो जियो. Whatever you have asked me to say, I've told the whole world. Jo disse gur sikhda. If you look at the Sikh, if you find a good Sikh, touch his feet. Respect good Sikhs. You do not know if Vaheguru is sitting inside that good Sikh. Sometime we come to the Gurdwara, we are ready to take dastara off each other. Maharaj kande, there is no label on the forehead that person is connected or not connected. Don't even go there. Show respect to everyone. The person who is cooking langar in the langar hall, you do not know
whether that person is connected to Vaheguru. And if you say anything against that person, all your bhakti will go to drain. You will drain all your bhakti. No matter how much bhakti you have done, no matter what time you wake up in the morning, you do Amrit Vela, Simran, doesn't matter. If you do Nindya, all your bhakti, all your seva goes to drain, goes waste. Amrit Bachan Sadh Ki Bani. Once you are connected, your bachan, your words will be able to connect other people to the Akal Purkh Vaheguru. Is it happening? When we talk to people, what do we talk? Are we talking about the world? Are we talking about the cars, houses? Two people are talking to each other in the Gurdwara. Gyani ji is doing katha, they are talking to each other. What time is the football final? Oh, ਤੁਹਾਡਾ ਭਲਾ ਹੋ ਜੇ. You are sitting in the Gurdwara talking about the football. Then you are talking about how much did your house cost? How many bedrooms? Especially in the Sadh Sangat, when there is Kirtan happening in the Gurdwara, there is so much noise from the back. Why? ਇੰਨੀ ਗੱਲਾਂ ਕਰਦੀ ਆ ਪਿੱਛੇ ਸੰਗਤ ਕਈ ਵਾਰੀ ਤੇ ਜਿਹੜਾ ਗਿਆਨੀ ਹੁੰਦਾ ਜਾਂ ਕਥਾਕਾਰ ਹੁੰਦਾ ਜਾਂ ਕੀਰਤਨੀਆ ਸਿੰਘ ਹੁੰਦਾ ਉਹਦਾ ਮਨ ਜਿਹੜਾ ਟੁੱਟ ਜਾਂਦਾ, ਸੁਰਤ ਟੁੱਟ ਜਾਂਦੀ ਆ. So in the Gurdwara, if we can't control our mind, how we can control our mind when we are outside? So Guru Maharaj reveals, your words should be able to change people's life. What you say, what you do should be a role model for others. They should connect to the Guru. Jo jo japay tiski gat hova. But Guru Maharaj reveals, only Guru can be perfect. Gur pura puri janki bani. Only Guru is the true sadh. Don't go after people. But at the same time, make sure you don't insult anyone. Don't humiliate anyone. ਕਬੀਰ ਖਾਕ ਨਾ ਨਿੰਦੀ ਹੈ, ਖਾਕ ਨੂੰ ਜੇੜ ਨਾ ਕੋਏ, ਜੀਵਤਿਆਂ ਪੈਰਾਂ ਤਲੇ, ਮੂਆਂ ਉੱਪਰ ਹੋਏ. Don't even insult the dust on the ground. If you insult the dust, today it is under your feet. But one day it will come all over you when you die. Be careful. So Dhan Dhan Guru Arjan Dev Ji Maharaj reveals, anyone who practices Guru's Bani, jo jo japay tis ki gat hova. Gat hova means will be emancipated, will become free from the Maya. Har har naam nit rasan bakhani, all that person will say from the tongue is Vaheguru's naam, Vaheguru's praises. Kali kal ke mite kalesha, all the strifes, the worries of the Kaljug, they will leave you when you practice Guru's Bani. What is Kaljug, Sadh Sangat ji? Kaljug is when we forget Vaheguru. Even for an instant. Guru Maharaj reveals, ek ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ. ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ. Talking to Vaheguru. Bhagat Sang Prabh Ghost Kart. Guru Arjan Dev Ji Maharaj is talking to Vaheguru. My Vaheguru, mere pita, even if I forget you for an instant, ek ਘੜੀ na milte ta kaljug hota. It is like living in a dark age, kaljug. But if I remember you, then I'm in the Sachkhand. Sachkhand vasai nirankar. Sat Sangat har prav vasai jiyo. In the Sadh Sangat, when you are thinking good of others, when you are thinking in compassion, Vaheguru is with you. Sadhu tur mukh mastak lai, Nanak udre har gur sharnai. Guru is the true sadhu, and those who practice Guru's Bani, they are true Gurmukhs. I want their feet dust. Tur means feet dust. Sadhu tur mukh mastak lai. This demonstrates the humility. Sadh Sangat ji, I mentioned before, humility is like a vessel where you can contain Vaheguru's blessing. If there is no humility, that vessel turns upside down.
There is Vaheguru's blessing, but it will never be contained. So Maharaj reveals to us, advises us, become the feet dust of the Gurmukhs. ਜੋੜੇ ਝਾੜ ਸੰਗਤਾਂ ਦੇ, ਪਿਆਰ ਨਾਲ ਬੋਲ, ਮਿੱਠਾ ਬੋਲ, ਤੇ ਤੇਰੀ ਮੁਕਤੀ ਹੋ ਜਾਏਗੀ। ਸੁਣ ਸਮਾਧ ਦੀ ਅਵਸਥਾ ਦੇ ਵਿੱਚ ਜਾਏਗਾ, ਜਿੱਥੇ ਵਾਹਿਗੁਰੂ ਨਾਲ ਗੱਲਾਂ ਬਾਤਾਂ ਕਰੀ, ਫਿਰ ਬਹਿ ਕੇ ਆਨੰਦ ਮਾਣੀ। You will enjoy talking to Vaheguru because now you're humble. You can converse with Vaheguru. Bhagat Sang Prabh Ghost Kart. In that stage, you can talk to Vaheguru. Tੈ harak, na sog, na janam, na marat. There is no suffering there. There is no death in life. You become akal. Bhulan chukan di maafi. Keep doing the vichar. May Satguru bless you all. ਪਿਆਰ ਨਾਲ ਫਤਿਹ ਸਾਂਝੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ